ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀਓ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ। ਚਾਰ ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰਿ ਨਾਮ ਪੌੜੀ। ਚਤੁਰਥ ਚਤੁਰਥ ਚਾਰੇ ਵੇਦ ਸੁਣ ਸੋਧਿਓ ਤਤ ਵਿਚਾਰ। ਚਤੁਰਥ ਚਾਰੇ ਵੇਦ ਸੁਣ ਸੋਧਿਓ ਤਤ ਵਿਚਾਰ। ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਪ ਸਾਰ। ਨਰਕ ਨਿਵਾਰੈ ਦੁਖ ਹਰੈ ਟੁਟੈ ਅਨੇਕ ਕਲੇਸ਼। ਮੀਚ ਹੁਟੈ ਜਮ ਤੇ ਛੁਟੈ ਹਰ ਕੀਰਤਨ ਪਰਵੇਸ਼। ਭਉ ਬਿਨਸੈ ਅੰਮ੍ਰਿਤ ਰਸੈ ਰੰਗ ਰਤੇ ਨਿਰੰਕਾਰ। ਦੁਖ ਦਾਰਿਦਰ ਅਪਵਿੱਤਰਤਾ ਨਾਸੈ ਨਾਮ ਆਧਾਰ। ਸੁਰ ਨਰ ਮੁਨ ਜਨ ਖੋਜਤੇ ਸੁਖ ਸਾਗਰ ਗੋਪਾਲ। ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਦਰ ਵਾਲ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤ ਸੰਗੀ ਜਨੋ ਆਓ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। ਲੜੀਵਾਰ ਚੱਲ ਰਹੀ ਕਥਾ ਵਿਚਾਰ ਥਿੱਤੀ ਗੌੜੀ ਮਹਿਲਾ ਪੰਜਵਾ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 297। ਆਓ ਗੁਰਮੁਖੋ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਦੇ ਸ਼ਲੋਕ ਤੇ ਪੌੜੀ ਦੇ ਅੰਦਰ ਬੜੇ ਕੀਮਤੀ ਵਿਚਾਰ ਸਾਨੂੰ ਸਮਝਾ ਰਹੇ ਨੇ। ਸਤਿਗੁਰੂ ਜੀ ਕਹਿ ਰਹੇ ਨੇ ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ। ਚਾਰ ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰਿ ਨਾਮ। ਪਾਤਸ਼ਾਹ ਜੀ ਨੇ ਸ਼ਬਦ ਵਰਤਿਆ ਜੀ ਚਤਰ। ਚਤਰ ਦਾ ਅਰਥ ਹੁੰਦਾ ਹੈ ਅਕਲਵੰਦ। ਇੱਥੇ ਸ਼ਬਦ ਅਕਲਵੰਦ ਵਰਤਿਆ। ਇੱਕ ਚਤਰ ਪਤਾ ਕੌਣ ਹੁੰਦਾ ਹੈ? ਜਿਹੜਾ ਚਤੁਰਾਈਆਂ ਕਰਦਾ। ਦੋਵਾਂ ਅੰਦਰ ਅੰਤਰ ਹੈ। ਇੱਕ ਚਤਰ ਜੋ ਸਿਆਣਾ ਹੈ, ਸੂਝਵਾਨ ਹੈ, ਅਕਲਮੰਦ ਹੈ। ਇੱਕ ਚਤਰ ਉਹ ਹੈ ਜੋ ਚਤੁਰਾਈ ਕਰਦਾ।
ਗੁਰੂ ਸਾਹਿਬ ਦੀ ਬਾਣੀ ਦਾ ਆਪਾਂ ਵਚਨ ਪੜ੍ਹਦੇ ਹਾਂ। ਤੀਸਰੇ ਮਹਾਰਾਜ ਕਹਿੰਦੇ, ਏ ਮਨ ਚੰਚਲਾ ਚਤੁਰਾਈ ਕਿੰਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿੰਨੇ ਤੂੰ ਸੁਣ ਮਨ ਮੇਰਿਆ। ਚਤੁਰਾਈਆਂ ਦੇ ਨਾਲ, ਚਲਾਕੀਆਂ ਦੇ ਨਾਲ ਵਾਹਿਗੁਰੂ ਦੇ ਦੀਦਾਰ ਨਹੀਂ ਹੋ ਸਕਦੇ, ਪਾਇਆ ਨਹੀਂ ਜਾ ਸਕਦਾ। ਚਤੁਰਾਈ ਛੱਡਣੀ ਪਵੇਗੀ। ਇੱਥੇ ਮਹਾਰਾਜ ਚਤਰ ਉਹਨੂੰ ਕਹਿ ਰਹੇ ਨੇ, ਚਤਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ। ਚਾਰ ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰਿ ਨਾਮ। ਸਤਿਗੁਰ ਮਹਾਰਾਜ ਕਹਿ ਰਹੇ ਨੇ, ਹੇ ਨਾਨਕ, ਪ੍ਰਮਾਤਮਾ ਦਾ ਨਾਮ ਸਦਾ ਜਪਦਾ ਰਹੋ। ਇਸੇ ਵਿੱਚ ਦੁਨੀਆ ਦੇ ਚਾਰੇ ਪਦਾਰਥ, ਜੋਗੀਆਂ ਵਾਲੀਆਂ 8 ਕਰਾਮਾਤਾਂ, ਤਾਕਤਾਂ, ਨਾਮ ਦੀ ਬਰਕਤ ਨਾਲ ਜਿਸ ਮਨੁੱਖ ਨੇ ਆਪਣੇ ਮਨ ਵਿੱਚੋਂ ਹੰਕਾਰ ਨੂੰ ਦੂਰ ਕਰ ਦਿੱਤਾ, ਪਾਤਸ਼ਾਹ ਜੀ ਕਹਿੰਦੇ ਉਹ ਅਕਲਵਾਨ, ਸਿਆਣਾ, ਸੁਚੱਜਾ ਮਨੁੱਖ ਬਣ ਜਾਂਦਾ। ਇੱਥੇ ਸ਼ਬਦ ਵਰਤਿਆ ਜੀ, ਪਾਤਸ਼ਾਹ ਜੀ ਕਹਿੰਦੇ ਜਿਹੜਾ ਅਭਿਮਾਨ ਛੱਡ ਦਿੰਦਾ ਹੈ। ਅਭਿਮਾਨ ਦਾ ਅਰਥ ਕੀ ਹੁੰਦਾ ਜੀ? ਹੰਕਾਰ। ਇੱਕ ਬਚਨ ਆਪਾਂ ਪੜ੍ਹਦੇ ਹੁੰਦੇ ਹਾਂ ਮਹਾਰਾਜ ਦਾ, ਮਾਨ ਅਭਿਮਾਨ ਮੁੰਦੇ ਸੋ ਸੇਵਕ ਨਾਹੀਂ। ਮਾਨ ਤੇ ਅਭਿਮਾਨ ਕਰਨ ਵਾਲਾ ਕਦੇ ਵੀ ਸੇਵਕ ਨਹੀਂ ਬਣ ਸਕਦਾ। ਕਿਉਂਕਿ ਜੇ ਬੰਦਾ ਮਾੜਾ ਜਿਹਾ ਕੰਮ ਕਰਕੇ ਉਸੇ ਗੱਲ ਦਾ ਮਾਨ ਕਰ ਲੇ, ਹੰਕਾਰ ਕਰ ਲੇ, ਗੁਰੂ ਸਾਹਿਬ ਜੀ ਕਹਿੰਦੇ ਤੂੰ ਸੇਵਕ ਥੋੜ੍ਹਾ। ਇੱਥੇ ਜਿਹੜੀ ਆਪਾਂ ਵਿਚਾਰ ਕਰ ਰਹੇ ਸੀ, ਪਾਤਸ਼ਾਹ ਜੀ ਕਹਿ ਰਹੇ ਨੇ ਉਹ ਚਤਰ ਹੈ, ਸਿਆਣਾ ਹੈ, ਜਿਹਨੇ ਹੰਕਾਰ ਛੱਡ ਦਿੱਤਾ ਜੀ। ਹੰਕਾਰ ਛੱਡਣਾ ਬਹੁਤ ਔਖਾ ਹੈ। ਹੰਕਾਰ ਦੀ ਜਦੋਂ ਵਿਆਖਿਆ ਕਰਦੇ ਆ ਨਾ, ਬਹੁਤ ਪ੍ਰਕਾਰ ਦਾ ਹੰਕਾਰ ਆ ਦੁਨੀਆ ਦੇ ਅੰਦਰ, ਸੰਸਾਰ ਅੰਦਰ। ਕਿਸੇ ਨੂੰ ਪਦਾਰਥਾਂ ਦਾ ਹੰਕਾਰ ਹੋ ਜਾਂਦਾ ਹੈ, ਕਿਸੇ ਨੂੰ ਪ੍ਰਾਪਰਟੀ ਦਾ ਹੰਕਾਰ ਹੋ ਜਾਂਦਾ ਹੈ, ਕਿਸੇ ਨੂੰ ਵੱਡੀ ਗੱਡੀ ਦਾ ਹੰਕਾਰ ਹੋ ਜਾਂਦਾ ਹੈ, ਕਿਸੇ ਨੂੰ ਅਹੁਦੇ ਦਾ ਹੰਕਾਰ ਹੋ ਜਾਂਦਾ ਹੈ, ਕਿਸੇ ਨੂੰ ਗਿਆਨ ਦਾ ਵੀ ਹੰਕਾਰ ਹੋ ਜਾਂਦਾ ਹੈ। ਜਦੋਂ ਆਪਾਂ ਹੰਕਾਰ ਦੀ ਵਿਆਖਿਆ ਕਰਾਂਗੇ ਨਾ, ਸੰਸਾਰ ਅੰਦਰੋਂ ਬੜੇ ਪੱਖ ਨੇ ਜਿਨ੍ਹਾਂ ਵਿੱਚ ਗਲਤਾਨ ਹੋ ਕੇ ਬੰਦਾ ਆਪਣੇ ਸੁੱਧ ਬੁੱਧ ਖੋ ਬਹਿੰਦਾ, ਆਪੇ ਤੋਂ ਦੂਰ ਹੋ ਜਾਂਦਾ ਹੈ, ਆਪਣੇ ਆਪ ਦੀ ਪਛਾਣ ਨਹੀਂ ਕਰਦਾ। ਪਾਤਸ਼ਾਹ ਜੀ ਕਹਿ ਰਹੇ ਨੇ, ਅਭਿਮਾਨ ਛੱਡਣ ਵਾਲਾ ਹੀ ਸੇਵਕ ਹੈ, ਅਭਿਮਾਨ ਛੱਡਣ ਵਾਲਾ ਹੀ ਚਤਰ ਤੇ ਸਿਆਣਾ ਸੁਗੜ ਹੈ। ਜਿਹਦਾ ਜੀਵਨ ਘੜਿਆ ਗਿਆ, ਉਹਨੇ ਹੰਕਾਰ ਛੱਡ ਦਿੱਤਾ। ਅੱਗੇ ਸਤਿਗੁਰ ਮਹਾਰਾਜ ਕਹਿ ਰਹੇ ਨੇ, ਚਾਰ ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰਿ ਨਾਮ। ਚਾਰ ਪਦਾਰਥ ਨੇ ਜੀ, ਧਰਮ, ਅਰਥ, ਕਾਮ, ਮੋਖ। ਸਤਿਗੁਰ ਮਹਾਰਾਜ ਕਹਿੰਦੇ, ਜਦੋਂ ਅਸੀਂ ਜੋਗ ਮਤ ਨੂੰ ਪੜ੍ਹਦੇ ਹਾਂ ਜੀ, ਜੋਗ ਮਤ, ਜੋਗੀਆਂ ਦਾ ਮਤ, ਉਹ ਇਹ ਚਾਰ ਪਦਾਰਥ ਪ੍ਰਾਪਤ ਕਰਨ ਵਾਸਤੇ ਜਾਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ ਉਹ ਬੜੇ ਢੰਗ ਤਰੀਕੇ ਕਰਦੇ ਨੇ। ਆਪਾਂ ਵੇਖਦੇ ਦੁਨੀਆ ਅੰਦਰ ਵੀ ਜੇ ਤੁਸੀਂ ਇੰਨੀਆਂ ਸਿੱਧੀਆਂ ਪ੍ਰਾਪਤ ਕਰਨੀਆਂ ਨੇ, ਆਹ ਕੁਝ ਪ੍ਰਾਪਤ ਕਰਨਾ ਹੈ, ਤਾਂ ਤੁਹਾਨੂੰ ਇਹ ਕਰਮ ਕਰਨਾ ਪਵੇਗਾ, 40 ਦਿਨ ਆਹ ਪਾਠ ਕਰਨਾ ਪਊ। ਸਾਡੇ ਬਾਬਿਆਂ ਨੇ ਵੀ ਇਹ ਚੀਜ਼ਾਂ ਪ੍ਰਚਲਿਤ ਕਰਤੀਆਂ। ਜੇ ਤੁਸੀਂ ਕੁਝ ਪ੍ਰਾਪਤ ਕਰਨਾ, ਜੇ ਕੁਝ ਲੈਣਾ, ਅਸੀਂ ਨਾ ਕਿਵੇਂ ਗਿਣਤੀਆਂ ਮਿਣਤੀਆਂ ਦੇ ਚੱਕਰਾਂ ਵਿੱਚ ਪੈ ਗਏ। ਇੰਨੇ ਦਿਨ ਆਹ ਪਾਠ ਕਰ ਲਓ, ਇੰਨੇ ਦਿਨ। ਵੈਸੇ ਬਾਣੀ ਤਾਂ ਕਦੋਂ ਮਰਜ਼ੀ ਪੜ੍ਹ ਲਓ ਜੀ, ਸਾਰੀ ਜ਼ਿੰਦਗੀ ਅਸੀਂ ਨੇ ਪੜ੍ਹਨੀ ਹੈ। ਜਦੋਂ ਅਸੀਂ ਗਿਣਤੀਆਂ ਮਿਣਤੀਆਂ ਚੱਕਰ ਵਿੱਚ ਪੈ ਜਾਂਦੇ ਆ ਨਾ, ਫਿਰ ਕੁਝ ਪ੍ਰਾਪਤ ਨਹੀਂ ਹੁੰਦਾ। ਫਿਰ ਸਾਡੀ ਦੌੜ ਭਾਜਾਂ ਨਾਲ ਜਿਹੜੀ ਉਹ ਪਦਾਰਥਾਂ ਦੇ ਬਦਲੇ ਲੱਗੀ ਰਹਿੰਦੀ ਆ। ਗੁਰੂ ਸਾਹਿਬ ਦੀ ਬਾਣੀ ਇਹਨਾਂ ਕਰਮ ਕਾਂਡਾਂ ਚੋਂ ਕੱਢਦੀ ਹੈ। ਇੱਥੇ ਜਿਹੜੀ ਆਪਾਂ ਵਿਚਾਰ ਕਰ ਰਹੇ ਸੀ, ਆਪਾਂ ਗੱਲ ਕਰਦੇ ਸੀ ਜੋਗ ਮਤ ਦੀ। ਜੋਗ ਮਤ ਦੇ ਅੰਦਰ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ ਬਹੁਤ ਕੁਝ ਕੀਤਾ ਜਾਂਦਾ ਹੈ। ਪੁੱਠੇ ਲਟਕਣਾ, ਜਲ ਧਾਰੇ ਕਰਨੇ ਇਤਿਆਦਿਕ ਉਹਨਾਂ ਦੇ ਕਰਮ ਨੇ ਜੀ। ਇਹ ਜੋਗ ਮਤ ਦੀਆਂ ਨਿਸ਼ਾਨੀਆਂ ਨੇ, ਕਰਮ ਨੇ। ਪਰ ਗੁਰੂ ਨਾਨਕ ਦੀ ਬਾਣੀ ਕਹਿੰਦੀ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਗੁਰੂ ਕੇ ਸਿੱਖਾ, ਤੈਨੂੰ ਇਹ ਕੁਝ ਕਰਨ ਦੀ ਲੋੜ ਨਹੀਂ ਹੈ, ਨਾ ਘਰ ਤਿਆਗਣ ਦੀ ਲੋੜ, ਨਾ ਪੁੱਠਾ ਲਟਕਣ ਦੀ ਲੋੜ। ਸਤਿਗੁਰੂ ਮਹਾਰਾਜ ਕਹਿੰਦੇ ਤੈਨੂੰ ਸਾਰਾ ਕੁਝ ਪਤਾ ਕਿੱਥੋਂ ਮਿਲੂਗਾ?
ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸ਼ਰਾਮ। ਗੁਰੂ ਸਾਹਿਬ ਨੇ ਗੱਲ ਕਲੀਅਰ ਕਰ ਦਿੱਤੀ ਜੀ। ਨੌ ਨਿਧ ਅੰਮ੍ਰਿਤ, ਨੌ ਨਿਧੀਆਂ, 18 ਸਿੱਧੀਆਂ, ਸਭ ਕੁਝ ਰਿੱਧੀਆਂ ਸਿੱਧੀਆਂ ਸਰੀਰ ਵਿੱਚ ਪਈਆਂ ਨੇ। ਸਰੀਰ ਵਿੱਚ ਸਾਰਾ ਕੁਝ ਹੈ, ਇਸ ਸਰੀਰ ਵਿੱਚੋਂ ਪ੍ਰਾਪਤ ਕਰ ਲੈ, ਹੋਰ ਕਿਸੇ ਤਰੀਕੇ ਨਾਲ ਨਹੀਂ ਮਿਲਣਾ। ਮਹਾਰਾਜ ਕਹਿੰਦੇ ਕਿਵੇਂ? ਸਤਿਗੁਰ ਮਹਾਰਾਜ ਇੱਥੇ ਵਿਚਾਰ ਦੇ ਰਹੇ ਨੇ ਜੀ। ਪਾਤਸ਼ਾਹ ਜੀ ਕਹਿ ਰਹੇ ਨੇ, ਚਾਰ ਪਦਾਰਥ ਅਸ਼ਟ ਸਿੱਧ, ਭਜ ਨਾਨਕ ਹਰ ਨਾਮ ਹੈ ਨਾਨਕ। ਨਾਮ ਜਪ ਕੇ, ਨਾਮ ਧਿਆ ਕੇ, ਨਾਮ ਸਿਮਰ ਕੇ ਇਹ ਸਭ ਕੁਝ ਮਿਲ ਜਾਂਦਾ, ਰਿੱਧੀਆਂ ਵੀ ਸਿੱਧੀਆਂ ਵੀ। ਪਾਤਸ਼ਾਹ ਜੀ ਕਹਿ ਰਹੇ ਨੇ, ਦੁਨੀਆ ਦੀ ਸਭ ਤੋਂ ਵੱਡੀ ਤਾਕਤ ਨਾਮ ਦੇ ਵਿੱਚ ਹੈ। ਸਭ ਤੋਂ ਵੱਡੀ ਤਾਕਤ ਨਾਮ ਵਿੱਚ ਹੈ ਜੀ। ਪਾਤਸ਼ਾਹ ਜੀ ਦਾ ਆਪਾਂ ਵਚਨ ਪੜ੍ਹਦੇ ਹਾਂ ਜੀ, ਨਾਮ ਜਪਣ ਦੇ ਨਾਲ ਚੌਂ ਕੁੰਟਾਂ ਦੇ ਵਿੱਚ ਜਾਣ ਪਛਾਣ ਬਣ ਗਈ। ਹਰ ਪਾਸੇ ਬੰਦੇ ਦਾ ਨਾਮਣਾ ਉੱਚਾ ਹੋ ਗਿਆ ਨਾਮ ਜਪਣ ਦੇ ਨਾਲ। ਇੱਥੇ ਹੀ ਗੱਲ ਮਹਾਰਾਜ ਕਹਿ ਰਹੇ ਨੇ, ਨਾਮ ਜਪ ਕੇ ਤੂੰ ਸਿਆਣਾ ਬਣ ਸਕਦਾ, ਚਤਰ ਬਣ ਸਕਦਾ, ਹੰਕਾਰ ਛੱਡ ਸਕਦਾ। ਫਿਰ ਅੱਗੇ ਮਹਾਰਾਜ ਪੌੜੀ ਦੇ ਅੰਦਰ ਗੱਲ ਕਰ ਰਹੇ ਨੇ। ਪਹਿਲਾਂ ਕੱਲ ਆਪਾਂ ਜਿਹੜੀ ਗੱਲ ਕੀਤੀ ਸੀ ਤੀਜ ਬਾਰੇ, ਤੀਜੀ ਥਿੱਤ ਬਾਰੇ ਗੱਲ ਕੀਤੀ ਸੀ ਆਪਾਂ। ਪੌੜੀ ਦੇ ਵਿੱਚ ਮਹਾਰਾਜ ਹੁਣ ਚੌਥੀ ਥਿੱਤ ਬਾਰੇ ਗੱਲ ਕਰਦੇ ਨੇ। ਚੌਥੀ ਥਿੱਤ ਸਤਿਗੁਰੂ ਜੀ ਕਹਿ ਰਹੇ ਨੇ, ਚਤਰਥ ਚਾਰੇ ਵੇਦ ਸੁਣ, ਸੋਧਿਓ ਤਤ ਵਿਚਾਰ, ਸਰਬ ਖੇਮ ਕਲਿਆਣ ਨਿਧ, ਰਾਮ ਨਾਮ ਜਪ ਸਾਰ। ਗੁਰੂ ਅਰਜਨ ਸਾਹਿਬ ਮਹਾਰਾਜ ਚੌਥ ਦੇ ਵਿੱਚ ਗੱਲ ਕਰਦੇ ਨੇ, ਚੌਥੀ ਥਿੱਤ ਦੇ ਵਿੱਚ ਗੱਲ ਕਰਦੇ ਨੇ। ਮਹਾਰਾਜ ਕਹਿੰਦੇ, ਚਾਰੇ ਵੇਦ ਸੁਣ ਕੇ ਅਸਾਂ ਨੇ ਤਾਂ ਇਹ ਨਿਰਣਾ ਕੀਤਾ ਹੈ। ਗੁਰੂ ਸਾਹਿਬ ਜੀ ਕਹਿ ਰਹੇ ਨੇ, ਅਸਲ ਵਿਚਾਰ ਦੀ ਗੱਲ ਇਹ ਲੱਭੀ ਹੈ ਕਿ ਪ੍ਰਮਾਤਮਾ ਦਾ ਨਾਮ ਸ੍ਰੇਸ਼ਟ ਨਾਮ ਜਪ ਕੇ, ਪ੍ਰਮਾਤਮਾ ਦਾ ਸ੍ਰੇਸ਼ਟ ਨਾਮ ਜਪ ਕੇ ਸਾਰੇ ਸੁੱਖ ਮਿਲ ਜਾਂਦੇ ਨੇ। ਸੁੱਖਾਂ ਦਾ ਖਜ਼ਾਨਾ ਹੀ ਪ੍ਰਮਾਤਮਾ ਦਾ ਨਾਮ ਹੈ। ਭਗਤ ਰਾਮਾਨੰਦ ਜੀ ਦਾ ਇੱਕ ਸ਼ਬਦ ਆਉਂਦਾ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਉਹਨਾਂ ਨੇ ਬੜੇ ਪਿਆਰੇ ਵਚਨ ਆਖੇ। ਉਹ ਪੰਡਤ ਪਰਿਵਾਰ ਵਿੱਚ ਪੈਦਾ ਹੋਏ ਭਗਤ ਰਾਮਾਨੰਦ ਜੀ। ਉਹ ਕਹਿੰਦੇ, ਪੂਜਨ ਚਾਲੀ ਬ੍ਰਾਹਮਣ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ। ਇੱਕ ਦਿਨ ਮਨ ਭਈ ਉਮੰਗ, ਮਨ ਅੰਦਰ ਇੱਛਾ ਪੈਦਾ ਹੋ ਗਈ, ਮੈਂ ਪੂਜਾ ਕਰਨ ਦੇ ਲਈ ਚੱਲਿਆ। ਜਹਾਂ ਜਾਈਏ ਤਹਾਂ ਜਲ ਪਖਾਨ, ਜਿੱਥੇ ਜਾਂਦੇ ਸੀ ਪੱਥਰਾਂ ਨੂੰ ਨਵਾਇਆ ਜਾਂਦਾ ਸੀ, ਇਸ਼ਨਾਨ ਕਰਾਇਆ ਜਾਂਦਾ ਸੀ। ਪਰ ਸਮਝ ਆ ਗਈ ਤੂੰ ਪੂਰ ਇਹੋ ਸਰਬ ਸਮਾਨ। ਸਮਝ ਆ ਗਈ ਮਹਾਰਾਜ, ਜਿਸ ਰੱਬ ਨੂੰ ਅਸੀਂ ਇਸ ਤਰ੍ਹਾਂ ਸੇਵ ਰਹੇ ਹਾਂ, ਪੂਜਾ ਕਰ ਰਹੇ ਹਾਂ, ਉਹ ਤਾਂ ਸਾਰੇ ਕਿਤੇ ਹੀ ਹੈ, ਉਹ ਤਾਂ ਸਾਰੇ ਕਿਤੇ ਦਾ ਵਾਸਾ ਹੈ। ਹੁਣ ਇਹ ਗੱਲ ਸਮਝ ਆ ਗਈ ਜਿਹੜੀ ਆਪਾਂ ਇੱਥੇ ਗੱਲ ਕਰ ਰਹੇ ਸੀ ਵੇਦਾਂ ਬਾਰੇ। ਭਗਤ ਰਾਮਾਨੰਦ ਜੀ ਕਹਿੰਦੇ, ਵੇਦ ਕਤੇਬ ਦੇਖਿਆ ਸਭ ਜੋਏ। ਭਗਤ ਰਾਮਾਨੰਦ ਜੀ ਕਹਿੰਦੇ, ਸਾਰੇ ਵੇਦਾਂ ਨੂੰ, ਕਤੇਬਾਂ ਨੂੰ, ਸਿਮਰਤੀਆਂ, ਸ਼ਾਸਤਰਾਂ ਨੂੰ ਪੜ੍ਹ ਕੇ ਵੇਖ ਲਿਆ, ਪਰ ਜੋ ਸ੍ਰੇਸ਼ਟ ਆਨੰਦ ਅਕਾਲ ਪੁਰਖ ਵਾਹਿਗੁਰੂ ਤੇਰੇ ਨਾਮ ਵਿੱਚ ਮਿਲਿਆ ਨਾ, ਉਹ ਮੈਨੂੰ ਕਿਤੋਂ ਨਹੀਂ ਮਿਲਿਆ। ਭਗਤ ਰਾਮਾਨੰਦ ਜੀ ਦੇ ਵਿਚਾਰ ਨੇ। ਸਰਵੋਤਮ ਵਿਚਾਰ, ਵੱਡੀ ਵਿਚਾਰ ਜੋ ਨਾਮ ਦੇ ਵਿੱਚੋਂ ਮਿਲੀ ਹੈ ਨਾ, ਮੈਨੂੰ ਕਿਤੋਂ ਨਹੀਂ ਮਿਲੀ। ਅਕਾਲ ਪੁਰਖ ਵਾਹਿਗੁਰੂ ਜਦੋਂ ਸੰਸਾਰ ਅੰਦਰੋਂ, ਕੁਦਰਤ ਅੰਦਰੋਂ ਵੇਖ ਲਿਆ। ਹਾਂ, ਲੋਕੀ ਕਰਮ ਤਾਂ ਕਰਦੇ ਨੇ, ਸਾਰੇ ਕਰਮ ਕਰੀ ਜਾ ਰਹੇ ਨੇ ਵੀ ਇਸ ਤਰ੍ਹਾਂ ਵੀ ਰੱਬ ਖੁਸ਼ ਹੋ ਜੇ। ਕੋਈ ਰੱਬ ਨੂੰ ਖੁਸ਼ ਕਰਨ ਵਾਸਤੇ ਦਾਨ ਪੁੰਨ ਕਰਦਾ, ਕੋਈ ਰੱਬ ਨੂੰ ਖੁਸ਼ ਕਰਨ ਵਾਸਤੇ ਉਹਦੇ ਅੱਗੇ ਕੋਈ ਭੇਟਾ ਰੱਖਦਾ। ਇਹ ਕਰਮ ਤਾਂ ਸਾਰੇ ਆਪਾਂ ਕਰੀ ਜਾਂਦੇ ਹਾਂ ਜੀ, ਸਾਰੇ ਆਪਾਂ ਕਰੀ ਜਾਂਦੇ ਹਾਂ। ਕਦੇ ਆਪਣੇ ਆਪੇ ਨੂੰ ਬਦਲਾਅ ਵੱਲ ਨਹੀਂ ਲੈ ਕੇ ਆਏ। ਕਰਮ ਸਾਰੇ ਕਰਦੇ ਨੇ। ਗੁਰੂ ਦੀ ਬਾਣੀ ਜਿਹੜੇ ਕਰਮ ਕਰਨ ਵਾਸਤੇ ਕਹਿੰਦੀ ਹੈ, ਉਹ ਕੋਈ ਵਿਰਲਾ ਕਰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ 35 ਮਹਾਂਪੁਰਖ ਪਤਾ ਕਿਹੜੀ ਗੱਲ ਕਰਦੇ ਨੇ? 35 ਮਹਾਂਪੁਰਖ ਜ਼ਿੰਦਗੀ ਦੇ ਬਦਲਾਅ ਦੀ ਗੱਲ ਕਰਦੇ ਨੇ। ਜ਼ਿੰਦਗੀ ਦੇ ਬਦਲਾਅ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੋਜ਼ਾਨਾ ਕਰਦੀ ਹੈ। ਇੱਥੇ ਆਉਣਾ, ਹਾਜ਼ਰੀ ਭਰਨਾ, ਗੁਰਬਾਣੀ ਸੁਣਨਾ, ਗੁਰਬਾਣੀ ਪੜ੍ਹਨਾ ਤਾਂ ਹੀ ਸਫਲ ਹੈ ਜੇ ਜ਼ਿੰਦਗੀ ਵਿੱਚ ਬਦਲਾਅ ਆ ਗਿਆ।
ਜੇ ਸੁਭਾਅ ਦੇ ਵਿੱਚ ਫਰਕ ਪੈ ਗਿਆ। ਜੇ ਇੱਥੇ ਬਹਿ ਕਰਕੇ ਬਾਣੀ ਪੜ੍ਹ ਕੇ ਸੁਣ ਕੇ ਬਦਲਾਅ ਨਹੀਂ ਆਇਆ ਨਾ, ਫਿਰ ਇਹ ਵੀ ਤੂੰ ਕਰਮ ਕਰ ਲਿਆ ਪਰ ਜ਼ਿੰਦਗੀ ਦਾ ਆਧਾਰ ਕੋਈ ਚੀਜ਼ ਬਣਾਈ ਨਹੀਂ ਤੈਂ। ਜ਼ਿੰਦਗੀ ਵਿੱਚ ਨਹੀਂ ਗੁਰੂ ਦਾ ਗਿਆਨ ਵਸਾਇਆ, ਕਰਮ ਤਾਂ ਕਰ ਲਿਆ ਪਰ ਜ਼ਿੰਦਗੀ ਵਿੱਚ ਨਹੀਂ ਵਸਾਇਆ। ਗੁਰੂ ਸਾਹਿਬ ਜੀ ਇਹੀ ਗੱਲ ਆਪਾਂ ਨੂੰ ਇੱਥੇ ਕਹਿ ਰਹੇ ਨੇ ਬਾਣੀ ਦੇ ਅੰਦਰ। ਪਾਤਸ਼ਾਹ ਜੀ ਕਹਿ ਰਹੇ ਨੇ ਇਸ ਪੰਕਤੀ ਦੇ ਅੰਦਰ, ਆਪਾਂ ਜਿਹੜੀ ਪੌੜੀ ਦੀ ਪੰਕਤੀ ਪੜ੍ਹ ਰਹੇ ਸੀ ਜੀ, ਪਹਿਲੀ ਪੰਕਤੀ, ਚਥਰਤ ਚਾਰੇ ਵੇਦ ਸੁਣ ਸੋਧਿਓ ਤਤ ਵਿਚਾਰ। ਤਤ ਦੀ ਗੱਲ ਇਹ ਲੱਭੀ ਹੈ, ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਪਸਾਰ। ਮਹਾਰਾਜ ਕਹਿੰਦੇ ਸਾਰੇ ਸੁੱਖਾਂ ਦਾ ਸੋਮਾ, ਸਾਰੇ ਸੁੱਖ ਦੇਣ ਵਾਲਾ, ਦੁੱਖਾਂ ਦਾ ਕਲਿਆਣ ਕਰਨ ਵਾਲਾ, ਦੁੱਖਾਂ ਤੋਂ ਨਿਵਰਤ ਕਰਵਾਉਣ ਵਾਲਾ ਰੱਬ ਦਾ ਨਾਮ ਹੈ। ਬਾਦਸ਼ਾਹ ਜੀ ਕਹਿੰਦੇ ਨਾਮ ਸਭ ਤੋਂ ਵੱਡਾ ਖਜ਼ਾਨਾ ਹੈ। ਰਾਮ ਨਾਮ ਜਪਸਾਰ, ਇਹ ਨਾਮ ਜਪ ਕੇ ਹੀ ਜ਼ਿੰਦਗੀ ਚੰਗੇ ਰਾਹ ਤੇ ਸੋਹਣੇ ਪਾਸੇ ਚੱਲ ਪੈਂਦੀ ਹੈ। ਨਰਕ ਨਿਵਾਰੈ ਦੁਖ ਹਰੈ ਟੁੱਟੈ ਅਨੇਕ ਕਲੇਸ਼। ਮੀਚ ਹੁਟੈ ਜਮ ਤੇ ਛੁਟੈ ਹਰ ਕੀਰਤਨ ਪ੍ਰਵੇਸ਼। ਸਤਿਗੁਰ ਮਹਾਰਾਜ ਪੌੜੀ ਦੇ ਅੰਦਰ ਕਹਿ ਰਹੇ ਨੇ ਜੀ, ਪਰਮਾਤਮਾ ਦਾ ਨਾਮ ਸਾਨੂੰ ਨਰਕਾਂ ਤੋਂ ਬਚਾਉਂਦਾ ਹੈ। ਨਰਕ ਪਤਾ ਕੀ ਹੁੰਦਾ ਜੀ? ਭੈੜੇ ਖਿਆਲ, ਭੈੜੇ ਵਿਚਾਰ। ਪਰਮਾਤਮਾ ਦਾ ਨਾਮ ਸਾਨੂੰ ਨਰਕਾਂ ਤੋਂ ਬਚਾ ਲੈਂਦਾ ਅਤੇ ਸਾਰੇ ਦੁੱਖ ਦੂਰ ਕਰ ਦਿੰਦਾ ਹੈ। ਨਾਮ ਦੀ ਬਰਕਤ ਨਾਲ ਅਨੇਕਾਂ ਕਲੇਸ਼ ਮਿਟ ਜਾਂਦੇ ਨੇ। ਨਾਮ ਦੀ ਬਰਕਤ ਨਾਲ ਕਲੇਸ਼ ਮਿਟਦੇ ਨੇ ਜੀ। ਕਲੇਸ਼ ਦੁਨਿਆਵੀ ਤੌਰ ਤੇ ਬੜੇ ਕਲੇਸ਼ ਪੈਂਦੇ ਨੇ, ਆਪਾਂ ਦੇਖਦੇ ਹਾਂ ਪਰਿਵਾਰਾਂ ਦੇ ਅੰਦਰ ਜਦੋਂ ਕੋਈ ਵਿਚਾਰ ਨਹੀਂ ਮਿਲਦੀ। ਪਰ ਇੱਕ ਸਭ ਤੋਂ ਵੱਡਾ ਕਲੇਸ਼ ਪਤਾ ਕਿੱਥੇ ਪਿਆ ਹੋਇਆ? ਸਾਡੇ ਮਨ ਦਾ। ਸਾਡਾ ਆਪਣਾ ਕਲੇਸ਼ ਮਨ ਦੇ ਨਾਲ ਪਿਆ ਹੋਇਆ। ਮਨ ਕੁਝ ਹੋਰ ਕਹਿੰਦਾ ਹੈ, ਤਨ ਕੁਝ ਹੋਰ ਕਰਦਾ ਹੈ। ਇਹ ਵੀ ਕਲੇਸ਼ ਹੀ ਹੈ ਜੀ। ਜਦੋਂ ਮਨ ਵਿਚਾਰ ਕਬੂਲ ਨਹੀਂ ਕਰ ਰਿਹਾ ਤਾਂ ਵੀ ਕਲੇਸ਼ ਪੈਂਦਾ ਵੀ ਤੂੰ ਮੰਨਦਾ ਕਿਉਂ ਨਹੀਂ ਹੈ। ਹਰ ਕੋ ਬੰਦਾ ਚਾਹੁੰਦਾ ਮੈਂ ਵਧੀਆ ਬਣਾ, ਚੰਗਾ ਬਣਾ, ਪਰ ਵਿਚਾਲੇ ਰੁਕਾਵਟ ਕੀ ਆ ਗਈ? ਮਨ, ਸੁਭਾਅ, ਬੰਦੇ ਦੀ ਵਿਚਾਰ। ਇਸ ਕਰਕੇ ਮਹਾਰਾਜ ਦੀ ਆਪਾਂ ਬਾਣੀ ਪੜ੍ਹਦੇ ਹਾਂ ਜੀ, ਮਹਾਰਾਜ ਕਹਿੰਦੇ ਮਨ ਹੀ ਨਾਲ ਲੂਝਣਾ। ਤੂੰ ਮਨ ਹੀ ਨਾਲ ਲੜਾਈ ਕਰੀ ਜਾਂਦਾ ਪਰ ਮਨ ਸਬਰ ਨਹੀਂ ਰਿਹਾ। ਇਸ ਕਰਕੇ ਤਾਂ ਜੰਗ ਲੱਗੀ ਰਹਿੰਦੀ ਹੈ ਹਰ ਵੇਲੇ। ਮਨ ਨਾਲ ਜੂਝਣਾ ਪੈ ਰਿਹਾ ਸਾਨੂੰ। ਕਿਉਂ? ਕਿਉਂਕਿ ਮਨ ਸੁਣ ਨਹੀਂ ਰਿਹਾ। ਇੱਥੇ ਆਪਾਂ ਮਨ ਨੂੰ ਸੁਣਾਉਣ ਵਾਸਤੇ ਆਉਂਦੇ ਹਾਂ। ਗੁਰੂ ਸਾਹਿਬ ਜੀ ਅੱਗੇ ਆਪਾਂ ਨੂੰ ਵਿਚਾਰ ਦੇ ਰਹੇ ਨੇ ਜੀ ਅਗਲੀ ਪੰਕਤੀ ਅੰਦਰ। ਪਾਤਸ਼ਾਹ ਜੀ ਕਹਿ ਰਹੇ ਨੇ, ਮੀਚ ਹੁਟੈ ਜਮ ਤੇ ਛੁਟੈ ਹਰ ਕੀਰਤਨ ਪ੍ਰਵੇਸ਼। ਸਤਿਗੁਰ ਮਹਾਰਾਜ ਇਸ ਪੰਕਤੀ ਦੇ ਅੰਦਰ ਕਹਿ ਰਹੇ ਨੇ, ਆਤਮਕ ਮੌਤ ਆ ਜਿਹੜੀ, ਮੀਚ ਦਾ ਅਰਥ ਹੁੰਦਾ ਜੀ ਮੌਤ। ਆਤਮਕ ਮੌਤ ਮੁੱਕ ਜਾਂਦੀ ਹੈ ਜਦੋਂ ਨਾਮ ਦਾ ਵਾਸਾ ਹੋ ਜਾਂਦਾ ਹੈ। ਮੀਚ ਹੁਟੈ ਜਮ ਤੇ ਛੁਟੈ ਹਰ ਕੀਰਤਨ ਪ੍ਰਵੇਸ਼। ਰੱਬ ਦੀ ਕੀਰਤੀ ਦਾ ਅੰਦਰ ਪ੍ਰਵੇਸ਼ ਹੋ ਗਿਆ। ਹਉ ਭਉ ਬਿਨਸੈ ਅੰਮ੍ਰਿਤ ਰਸੈ ਰੰਗ ਰਤੇ ਨਿਰੰਕਾਰ। ਅੰਦਰ ਦਾ ਡਰ ਨਿਕਲ ਗਿਆ, ਅੰਮ੍ਰਿਤ ਵਿੱਚ ਮਨ ਲੱਗ ਗਿਆ, ਅੰਮ੍ਰਿਤ ਵਿੱਚ ਮਨ ਭਿੱਜ ਗਿਆ। ਅੱਗੇ ਮਹਾਰਾਜ ਕਹਿ ਰਹੇ ਨੇ, ਅੰਮ੍ਰਿਤ ਰਸੈ ਰੰਗ ਰਤੇ ਨਿਰੰਕਾਰ। ਨਿਰੰਕਾਰ ਦੇ ਰੰਗ ਵਿੱਚ ਰਤਿਆ ਗਿਆ ਮੇਰਾ ਮਨ। ਰੱਬ ਦੀ ਸਿਫਤ ਅੰਦਰ, ਰੱਬ ਦੀ ਕੀਰਤੀ ਅੰਦਰ ਮਨ ਰਤਿਆ ਗਿਆ। ਅੱਗੇ ਸਤਿਗੁਰ ਮਹਾਰਾਜ ਅੱਗੇ ਵਿਚਾਰ ਦੇ ਰਹੇ ਨੇ ਜੀ, ਸੁਰ ਨਰ ਮੁਨ ਜਨ ਖੋਜ ਤੇ ਸੁਖ ਸਾਗਰ ਗੋਪਾਲ। ਤੈਨੂੰ ਕਿੰਨੇ ਸੁਰ ਨਰ ਮੁਨ ਜਨ ਖੋਜ ਰਹੇ ਨੇ। ਸੁੱਖਾਂ ਦੇ ਸਾਗਰ ਗੋਪਾਲ ਵਾਹਿਗੁਰੂ। ਬੜੇ ਰਿਸ਼ੀ, ਬੜੇ ਮੁਨੀ, ਬੜੇ ਖੋਜੀ, ਸੁੱਖਾਂ ਦੇ ਪ੍ਰਭੂ ਗੋਪਾਲ ਰੱਬ ਜੀ ਤੈਨੂੰ ਬਹੁਤ ਸਾਰੇ ਲੋਕ ਖੋਜ ਰਹੇ ਨੇ। ਮਹਾਰਾਜ ਕਹਿੰਦੇ ਮਨ ਨਿਰਮਲ ਮੁਖ ਉਜਲਾ। ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਧ ਰਵਾਲ। ਸਤਿਗੁਰ ਮਹਾਰਾਜ ਕਹਿੰਦੇ ਮਨ ਨਿਰਮਲ ਹੋ ਜਾਂਦਾ ਹੈ, ਉਜਲਾ ਹੋ ਜਾਂਦਾ ਹੈ। ਹੇ ਨਾਨਕ, ਸਾਧ ਗੁਰੂ ਦੀ ਰਵਾਲ ਦੇ ਨਾਲ, ਸਾਧ ਗੁਰੂ ਦੀ ਧੂੜ ਦੇ ਨਾਲ। ਇਹੀ ਇੱਥੇ ਵਿਚਾਰ ਦੇ ਰਹੇ ਨੇ ਮਹਾਰਾਜ। ਪਾਤਸ਼ਾਹ ਜੀ ਇਸ ਪੌੜੀ ਦੇ ਅੰਦਰ ਇਹ ਵਿਚਾਰ ਦੇ ਰਹੇ ਨੇ। ਮਹਾਰਾਜ ਕਹਿ ਰਹੇ ਨੇ, ਪਾਤਸ਼ਾਹ ਜੀ ਸਮਝਾ ਰਹੇ ਨੇ, ਜਦੋਂ ਦੈਵੀ ਗੁਣਾਂ ਨਾਲ ਅਸੀਂ ਭਰਪੂਰ ਹੋ ਗਏ,
दैवी गुणा वाले ਅਸੀਂ ਬਣ ਗਏ, ਗੁਣਵਾਨ ਬਣ ਗਏ। ਫਿਰ ਮਨ ਆ ਨਾ ਜਿਹੜਾ ਪਵਿੱਤਰ ਹੋ ਜਾਂਦਾ, ਲੋਕ ਅਤੇ ਪ੍ਰਲੋਕ ਉਹਦਾ ਸਬਰ ਜਾਂਦਾ ਅਤੇ ਮੂੰਹ ਵੀ ਉਹਦਾ ਰੋਸ਼ਨ ਹੋ ਜਾਂਦਾ। ਉਜਲਦਾ ਅਰਥ ਹੁੰਦਾ ਰੋਸ਼ਨ ਹੋ ਜਾਣਾ। ਇੱਥੇ ਆਪਾਂ ਜਿਹੜੀ ਵਿਚਾਰ ਕਰ ਰਹੇ ਸੀ ਜੀ, ਆਪਾਂ ਗੱਲ ਕਰ ਰਹੇ ਸੀ ਨਰਕ ਨਿਵਾਰੈ ਦੁੱਖ ਹਰੈ ਅਨੇਕ ਟੁੱਟੈ ਕਲੇਸ਼। ਅੰਮ੍ਰਿਤ ਰਸੈ ਰੰਗ ਰਤੇ ਨਿਰੰਕਾਰ, ਰਤੇ ਨਿਰੰਕਾਰ। ਦੁੱਖ, ਇਹ ਪੰਕਤੀ ਰਹਿ ਗਈ ਸੀ, ਦੁੱਖ ਦਾਰਿਦਰ ਅਪਵਿੱਤਰਤਾ ਨਾਸੈ। ਦੁੱਖ ਦੂਰ ਹੋ ਜਾਂਦਾ, ਦਰਿਦਰ ਦੂਰ ਹੋ ਜਾਂਦੇ ਨੇ, ਅਪਵਿੱਤਰਤਾ ਦੂਰ ਹੋ ਜਾਂਦੀ ਹੈ। ਕਦੋਂ? ਜਦੋਂ ਨਾਮ ਦਾ ਆਧਾਰ ਸਾਡਾ ਮਨ ਲੈ ਲੈਂਦਾ, ਨਾਮ ਦਾ ਆਸਰਾ ਸਾਡਾ ਮਨ ਲੈ ਲੈਂਦਾ। ਪਾਤਸ਼ਾਹ ਜੀ ਇਹੀ ਗੱਲ ਕਹਿ ਰਹੇ ਨੇ, ਮਨ ਵੀ ਹੋ ਗਿਆ, ਮੁਖ ਵੀ ਹੋ ਗਿਆ ਉਜਲਾ। ਮਨ ਹੁਣ ਉਸ ਵਾਹਿਗੁਰੂ ਦੇ ਨਾਮ ਦੀ ਰਵਾਲ ਮੰਗਦਾ, ਉਸ ਵਾਹਿਗੁਰੂ ਦਾ ਪਿਆਰ ਮੰਗਦਾ। ਗੁਰੂ ਕਿਰਪਾ ਕਰੇ ਜੀ। ਇਹ ਸੀ ਜਿਹੜੀ ਲੜੀਵਾਰ ਆਪਾਂ ਵਿਚਾਰ ਇੱਕ ਰੂਟੀਨ ਦੇ ਵਿੱਚ ਕਰਦੇ ਹਾਂ। ਅੱਜ ਆਪਾਂ ਚੌਥੀ ਥਿੱਤ ਬਾਰੇ ਗੱਲ ਕੀਤੀ ਹੈ। ਗੁਰੂ ਸਾਹਿਬ ਨੇ ਪ੍ਰਤੀਕ ਅਲੰਕਾਰ ਬੜੇ ਵਰਤੇ ਨੇ ਜੀ ਬਾਣੀ ਅੰਦਰ। ਮੈਂ ਦੁਬਾਰਾ ਫਿਰ ਗੱਲ ਕਹਿ ਦੇਵਾਂ। ਹੁਣ ਇੱਥੇ ਜਿਹੜੀ ਚੌਥੀ ਤਿੱਥ ਦੀ ਆਪਾਂ ਗੱਲ ਕੀਤੀ ਹੈ, ਇੱਥੇ ਸਤਿਗੁਰੂ ਮਹਾਰਾਜ ਨੇ ਇਹ ਗੱਲ ਕਹੀ ਹੈ, ਮਨ ਨੂੰ ਵਿਕਾਰਾਂ ਤੋਂ ਕਿਵੇਂ ਬਚਾਉਣਾ। ਫਿਰ ਤੇਰੇ ਵਾਸਤੇ ਚੌਥੀ ਤਿੱਥ ਵੀ ਵਧੀਆ ਹੈ, ਮਾੜੀ ਕੋਈ ਨਹੀਂ, ਵਧੀਆ। ਜਦੋਂ ਮਨ ਤੇਰਾ ਤੱਤ ਵਾਲੀ ਗੱਲ ਸੁਣਨ ਲੱਗ ਗਿਆ, ਤੇਰੇ ਮਨ ਦਾ ਕਲੇਸ਼ਾਂ ਤੋਂ ਖਹਿੜਾ ਛੁੱਟ ਗਿਆ, ਤੇਰਾ ਮਨ ਵਾਹਿਗੁਰੂ ਦੇ ਨਾਮ ਅੰਦਰ ਭਿੱਜ ਗਿਆ, ਰੱਬ ਦੀ ਕੀਰਤੀ ਅੰਦਰ ਜੁੜ ਗਿਆ, ਫਿਰ ਪਾਤਸ਼ਾਹ ਜੀ ਕਹਿੰਦੇ ਉਹ ਅੰਮ੍ਰਿਤ ਮਿਲ ਜਾਂਦਾ ਹੈ, ਨਾਮ ਮਿਲ ਜਾਂਦਾ ਹੈ, ਜਿਹਦੇ ਨਾਲ ਸਾਡਾ ਜੀਵਨ ਸਫਲਾ ਹੋ ਜਾਂਦਾ ਹੈ, ਜੀਵਨ ਪਵਿੱਤਰ ਹੋ ਜਾਂਦਾ। ਆਓ ਗੁਰਮੁਖੋ, ਲੜੀਵਾਰ ਜਿਹੜੀ ਵਿਚਾਰ ਚੱਲ ਰਹੀ ਹੈ, ਇਸੀ ਬਾਣੀ ਦੀ ਵਿਚਾਰ ਆਪਾਂ 297 ਅੰਕ ਤੇ ਪਹੁੰਚੇ ਹਾਂ ਜੀ। ਵਿਚਾਰਾਂ ਕਰਦੇ ਕਰਦੇ ਲੰਮੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ ਜੀ। ਆਓ ਗੁਰਮੁਖੋ, ਲੜੀਵਾਰ ਜਿਹੜੀ ਵਿਚਾਰ, ਇਤਿਹਾਸਕ ਵਿਚਾਰ ਆਪਾਂ ਰੋਜ਼ਾਨਾ ਇੱਕ ਰੂਟੀਨ ਦੇ ਵਿੱਚ ਰਹਿ ਕੇ ਕਰਦੇ ਹਾਂ। ਦਸ਼ਮੇਸ਼ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤਿੰਨਾਂ ਦੇ ਜੀਵਨ ਪਰਥਾਏ ਆਪਾਂ ਲੜੀ ਦੇ ਵਿੱਚ ਵਿਚਾਰਾਂ ਕਰਦੇ ਆ ਰਹੇ ਹਾਂ। ਜੀਵਨ ਦੇ ਵਿੱਚ ਜੋ ਉਹਨਾਂ ਨੇ ਸੰਘਰਸ਼ੀ ਪਿੰਡਾ ਤੈਅ ਕੀਤਾ,